ਅੰਦੋਲਨ ਹੋਣੇ ਚਾਹੀਦੇ ਨੇ, ਰੈਲੀਆਂ ਨਿਕਲਣੀਆਂ ਚਾਹੀਦੀਆਂ ਨੇ, ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਕਿਉਂਕਿ ਜ਼ਮੀਰਾਂ ਨੂੰ ਜਗਾਉਣ ਵਾਲਾ ਫਲਸਫਾ ਮਿਲਦਾ ਹੈ ਜਨ ਸਹਿਲਾਬ ਚੋਂ। ਸਥਿਤੀ ਜਦ ਤਣਾਅਪੂਰਨ ਹੋਵੇ, ਸਥਿਤੀ ਜਦ ਗਮਗੀਨ ਹੋਵੇ, ਸਥਿਤੀ ਜਦ ਤਣਾਅਪੂਰਨ ਹੋਵੇ, ਸਥਿਤੀ ਜਦ ਗਮਗੀਨ ਹੋਵੇ, ਇਹ ਅੰਦੋਲਨ ਇੱਤਰ ਬਿਖੇਰਦੇ ਨੇ ਜਿਵੇਂ ਇੱਤਰ ਬਿਖਰਦਾ ਹੈ ਫੁੱਲ ਗੁਲਾਬ ਚੋਂ। ਦਿਨੇਸ਼ ਦੇਖੀ ਡਰ ਕੇ ਕਿਤੇ ਡੋਲ ਨਾ ਜਾਈ, ਬੇਸ਼ੱਕ ਫਾਂਸੀ ਦਾ ਰੱਸਾ ਦੁਸ਼ਮਣ ਦੇ ਹੱਥ ਵਿੱਚ ਹੈ, ਕਿਉਂਕਿ ਨਿੱਤ ਨਵੇਂ ਸ਼ਹੀਦ ਪੈਦਾ ਹੁੰਦੇ ਨੇ ਦੇਸ਼ ਪੰਜਾਬ ਚੋਂ। ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ ਇਸ ਸਮੇਂ ਖਟਕੜ ਕਲਾਂ ਵਿੱਚ ਮੌਜੂਦ ਹਾਂ ਜੀ। ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਦਿਵਸ ਮਨਾਇਆ ਜਾ ਰਿਹਾ। ਪਿਛਲੇ ਪਾਸੇ ਮੈਂ ਚਾਹੁੰਦਾ ਕੈਮਰਾਮੈਨ ਜ਼ਰੂਰ ਦਿਖਾ ਦੇਣ ਕਿ ਜਿਹੜਾ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਇੱਕ ਧਰਨਾ ਦਿੱਤਾ ਜਾ ਰਿਹਾ, ਔਰ ਇਹ ਸਾਰਾ ਧਰਨਾ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਪਰ ਸ਼ਹੀਦ ਭਗਤ ਸਿੰਘ ਜੀ ਦੇ ਅਗਰ ਪੜਦਾਦਾ ਜੀ ਦੀ ਗੱਲ ਕਰਾਂ, ਸਰਦਾਰ ਫਤਿਹ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਉੱਚ ਅਹੁਦੇ ਤੇ ਸੀਗੇ। ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਨੇ ਵੀ ਜੰਗ ਜਾਰੀ ਰੱਖੀ ਹੈ। ਅੰਗਰੇਜ਼ਾਂ ਨੇ ਉਹਨਾਂ ਨੂੰ ਲਾਲਚ ਵੀ ਦਿੱਤਾ, ਲੇਕਿਨ ਉਹਨਾਂ ਨੇ ਉਹਨਾਂ ਨੂੰ ਦੋ ਟੁਕ ਕਹਿ ਦਿੱਤਾ ਸੀਗਾ ਕਿ ਮੈਂ ਦੇਸ਼ ਨਾਲ ਗੱਦਾਰੀ ਨਹੀਂ ਕਰ ਸਕਦਾ। ਭਗਤ ਸਿੰਘ ਜੀ ਦੇ ਦਾਦਾ ਜੀ ਦੀ ਗੱਲ ਕਰੀਏ, ਸਰਦਾਰ ਅਰਜਨ ਸਿੰਘ ਜੀ ਦੇਸ਼ ਵਿੱਚ ਛੂਆਛਾਤ ਦੀ ਜਿਹੜੀ ਬਿਮਾਰੀ ਫੈਲੀ ਹੋਈ ਸੀ ਉਸ ਦੇ ਬਿਲਕੁਲ ਖਿਲਾਫ ਸੀਗੇ, ਔਰ ਸਮਾਜ ਸੇਵਾ ਦਾ ਕੰਮ ਸਾਰੀ ਉਮਰ ਸਿਰੜ ਨਾਲ ਕਰਦੇ ਰਹੇ। ਭਗਤ ਸਿੰਘ ਜੀ ਦੇ ਪਿਤਾ ਜੀ, ਭਗਤ ਸਿੰਘ ਦੇ ਚਾਚਾ ਜੀ, ਭਗਤ ਸਿੰਘ ਦੇ ਪਿਤਾ ਜੀ ਔਰ ਚਾਚਾ ਜੀ ਵੀ ਬੜੀ ਛੋਟੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪ੍ਰਥਾ ਵਿੱਚ ਕੁੱਦ ਚੁੱਕੇ ਸਨ। ਭਗਤ ਸਿੰਘ ਜੀ ਨੂੰ ਇਹ ਇਨਸਪੀਰੇਸ਼ਨ ਇਹ ਚਿਣਗ ਆਪਣੇ ਚਾਚਾ ਜੀ ਤੋਂ ਹੀ ਸ਼ਾਇਦ ਲੱਗੀ ਹੋਵੇਗੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਖੂਨ ਵਿੱਚ ਇਹ ਚੀਜ਼ ਸੀਗੀ ਕਿ ਅਸੀਂ ਦੇਸ਼ ਲਈ ਕੰਮ ਕਰਨਾ ਹੈ, ਜਿਹੜੇ ਮਨੁੱਖਤਾ ਵੱਲੋਂ ਮਨੁੱਖਤਾ ਦਾ ਘਾਣ ਹੋ ਰਿਹਾ ਉਸ ਲਈ ਕੰਮ ਕਰਨਾ। ਭਗਤ ਸਿੰਘ ਜੀ ਦੇ ਚਾਚਾ ਜੀ ਬਾਰੇ ਅਗਰ ਵੇਰਵਾ ਦੇ ਦੇਵਾਂ ਤਾਂ 1907 ਵਿੱਚ ਇੱਕ ਅੰਦੋਲਨ ਚਲਾਇਆ ਗਿਆ ਸੀ ਭਗਤ ਸਿੰਘ ਜੀ ਦੇ ਚਾਚਾ ਦੁਆਰਾ। 1857 ਈਸਵੀ ਵਿੱਚ ਜਿਹੜੀ ਕ੍ਰਾਂਤੀ ਆਈ ਸੀ ਉਸ ਦੀ 50ਵੀਂ ਵਰ੍ਹੇਗੰਢ ਮਨਾਉਣ ਦੇ ਮੌਕੇ ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਇਹੋ ਜਿਹੀ ਕ੍ਰਾਂਤੀ ਆਵੇ ਤਾਂ ਕਿ ਗੋਰੇ ਦੇਸ਼ ਛੱਡ ਕੇ ਭੱਜ ਨੱਸਣ। ਉਸ ਵੇਲੇ ਵੀ ਅੰਗਰੇਜ਼ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸਨ, ਜਿਸ ਵਿੱਚ ਕਿਸਾਨਾਂ ਨੂੰ ਬਿਲਕੁਲ ਹੀ ਮਾਰ ਮੁਕਾਉਣ ਵਾਲੀ ਗੱਲ ਕੀਤੀ ਸੀ। ਕਿਸਾਨ ਬੂਟਾ ਨਹੀਂ ਲਗਾ ਸਕਦੇ, ਕਿਸਾਨ ਬੂਟਾ ਵੱਢ ਨਹੀਂ ਸਕਦੇ, ਜਿਹੜੇ ਲਗਾਏ ਹੋਏ ਦਰਖਤ ਨੇ ਉਹਨਾਂ ਦਾ ਫਲ ਨਹੀਂ ਖਾ ਸਕਦੇ। ਵੱਡੇ ਪੁੱਤ ਨੂੰ ਜ਼ਮੀਨ ਮਿਲੇਗੀ, ਅਗਰ ਵੱਡਾ ਪੁੱਤ ਮਰ ਜਾਂਦਾ ਹੈ ਤਾਂ ਛੋਟਾ ਪੁੱਤ ਜ਼ਮੀਨ ਦਾ ਮਾਲਕ ਕਦੇ ਵੀ ਨਹੀਂ ਬਣ ਸਕਦਾ, ਉਹ ਜ਼ਮੀਨ ਸਿੱਧੇ ਤੌਰ ਤੇ ਸਰਕਾਰ ਦੀ ਹੋ ਜਾਏਗੀ। ਸੋ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਜੜ ਤੋਂ ਉਖਾੜਨ ਲਈ ਭਗਤ ਸਿੰਘ ਦੇ ਚਾਚਾ ਜੀ ਨੇ ਬਹੁਤ ਕੰਮ ਕੀਤਾ, ਔਰ ਉਸ ਸਮੇਂ ਇਹ ਕਾਲੇ ਕਾਨੂੰਨ ਇਸ ਅੰਦੋਲਨ ਦੀ ਬਦੌਲਤ ਵਾਪਸ ਹੋ ਵੀ ਗਏ ਸਨ। ਸੋ ਉਹੀ ਤਰਜ਼ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਪੰਜਾਬ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਸੰਘਰਸ਼ ਕਰ ਰਹੀਆਂ ਨੇ, ਧਰਨੇ ਲੱਗ ਰਹੇ ਨੇ। ਦਿੱਲੀ ਵਿੱਚ 3 ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ਤੇ ਸਾਡੇ ਨੌਜਵਾਨ ਵੀਰ ਭੈਣ ਭਰਾ ਬਜ਼ੁਰਗ ਉੱਥੇ ਪਹੁੰਚੇ ਹੋਏ ਨੇ। ਭਗਤ ਸਿੰਘ ਜੀ ਦੇ ਚਾਚਾ ਜੀ ਨੇ ਇੱਕ ਸੁਸਾਇਟੀ ਵੀ ਬਣਾਈ ਸੀ, ਭਾਰਤ ਮਾਤਾ ਸੁਸਾਇਟੀ, ਜਿਸ ਦੇ ਤਹਿਤ ਉਹ ਲੋਕਾਂ ਨੂੰ ਜਾਗਰੂਕ ਕਰਦੇ ਸਨ, ਆਪਣੇ ਪਰਚੇ ਵੰਡਦੇ ਸਨ। ਉਸ ਸਮੇਂ ਜਿਹੜੀ ਅੰਗਰੇਜ਼ ਸਰਕਾਰ ਉਹਨਾਂ ਤੋਂ ਬਿਲਕੁਲ ਖੌਫ ਵਿੱਚ ਆ ਗਈ ਸੀ। ਪਹਿਲਾਂ ਉਹਨਾਂ ਦਾ ਜਿਹੜਾ ਵਾਰੰਟ ਨੋਟਿਸ ਨਿਕਲਿਆ ਸੀ, ਉਹਨਾਂ ਨੂੰ ਜੇਲ੍ਹ ਵਿੱਚ ਵੀ ਡੱਕ ਦਿੱਤਾ। ਫਿਰ ਲੋਕਾਂ ਦੀ ਆਵਾਜ਼ ਬੁਲੰਦ ਹੋਣ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਵੀ ਕੱਢਿਆ ਗਿਆ। ਲੇਕਿਨ ਉਹਨਾਂ ਦੀ ਫਿਰ ਤੋਂ ਗਤੀਵਿਧੀਆਂ ਦੇਖ ਕੇ, ਫਿਰ ਤੋਂ ਜਦ ਦੇਖਿਆ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਤਾਂ ਉਹਨਾਂ ਦਾ ਡੈਥ ਵਾਰੰਟ ਵੀ ਕਰ ਦਿੱਤਾ, ਜਿਹਦੇ ਕਰਕੇ ਉਹਨਾਂ ਨੂੰ ਦੇਸ਼ ਛੱਡਣਾ ਪਿਆ। ਈਰਾਨ ਗਏ, ਰੂਸ ਗਏ, ਜਰਮਨੀ ਗਏ, ਸਵਿਟਜ਼ਰਲੈਂਡ ਗਏ, ਪਰ ਫਿਰ ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੰਮ ਕਰਦੇ ਰਹੇ। 40 ਸਾਲ ਦੇਸ਼ ਤੋਂ ਬਾਹਰ ਰਹੇ, ਲੇਕਿਨ ਫਿਰ ਤੋਂ ਲੋਕਾਂ ਦੀ ਡਿਮਾਂਡ ਤੇ ਉਹਨਾਂ ਨੂੰ ਜਿਹੜਾ ਭਾਰਤ ਬੁਲਾਇਆ ਗਿਆ। ਸਿਹਤ ਖਰਾਬ ਹੋਣ ਕਰਕੇ ਉਹ ਡਲਹੌਜ਼ੀ ਗਏ, ਡਲਹੌਜ਼ੀ ਵਿੱਚ ਸ਼ਿਫਟ ਹੋ ਗਏ। ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦੇਸ਼ ਆਜ਼ਾਦ ਹੋ ਰਿਹਾ, ਲੇਕਿਨ ਦੇਸ਼ ਦੇ 2 ਹਿੱਸੇ ਹੋ ਜਾਣਗੇ, ਤਾਂ ਤਬੀਅਤ ਹੋਰ ਵਿਗੜ ਗਈ। ਔਰ 1947 15 ਅਗਸਤ ਨੂੰ ਹੀ ਜਿੱਦਣ ਦੇਸ਼ ਆਜ਼ਾਦ ਹੋਇਆ, ਉਹਨਾਂ ਨੇ ਆਪਣਾ ਆਖਿਰਲਾ ਸਾਹ ਡਲਹੌਜ਼ੀ ਵਿੱਚ ਲਿਆ। ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਵੀ ਤਾਰ ਪੀੜੋ ਦੀ ਸੱਟ ਸੀ। ਸੋ ਇਸੇ ਸੱਟ ਤੋਂ ਅਸੀਂ ਵੀ ਬਚਣਾ ਹੈ, ਕਿਉਂਕਿ ਅਗਰ ਸਰਕਾਰ ਕਾਮਯਾਬ ਹੋ ਗਈ, ਸਰਕਾਰ ਨੇ ਸਾਡੇ ਘੋਲ ਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਜਿਵੇਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ, ਅਗਰ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂ ਕਿਤੇ ਅਸੀਂ ਵੀ 2 ਪਾੜ ਨਾ ਹੋ ਜਾਈਏ। ਇਹੀ ਸੁਨੇਹੇ ਸਟੇਜ ਤੋਂ ਬਾਰ-ਬਾਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਦੇ ਰਹੇ ਨੇ। ਆਪਾਂ ਇੱਕ ਵਾਰੀ ਸਟੇਜ ਵੱਲ ਦਾ ਵੀ ਰੁਖ ਕਰਦੇ ਹਾਂ। ਆਓ। ਦੰਗੇ ਹੋ ਰਹੇ ਹੈ, ਹਿੰਦੂ ਮੁਸਲਮਾਨ ਲੜ ਰਹੇ ਆ ਆਪਸ ਦੇ ਵਿੱਚ। ਇਹ ਗੱਲ ਤੋਂ ਮੈਂ ਚਿੰਤਾ ਜਾਂ ਚਾਹੇ ਦੇਸ਼ ਆਜ਼ਾਦ ਹੋਣ ਦੀ ਤਰੀਕ ਰੱਖੀ ਜਾ ਚੁੱਕੀ ਹੈ, ਪਰ ਮੈਨੂੰ ਉਹਦੇ ਨਾਲੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੈ। ਹੁਣ 3-4 ਗੱਲਾਂ ਤੁਹਾਡੇ ਨਾਲ ਮੈਂ ਨਿੱਕੀਆਂ ਕਰ ਲਈਏ ਪ੍ਰਧਾਨ ਜੀ। ਹਾਂ, ਹੁਣ ਜਿਹੜੀ ਸਾਡੀ ਇਹ ਪਾਗੜੀ ਸੰਭਾਲ ਜੱਟਾ ਲਹਿਰ ਹੈ ਤੇ ਅੱਜ ਦੀ ਲਹਿਰ, ਇਹਨਾਂ ਦਾ ਥੋੜਾ ਜਿਹਾ ਹੋਰ ਮੁਕਾਬਲਾ ਕਰ ਲਈਏ ਕਿ ਉਦੋਂ ਵੀ ਅੰਗਰੇਜ਼ਾਂ ਨੇ ਫੈਲਾਇਆ ਸੀ
ਵੀ ਜਿਹੜੇ ਕਾਨੂੰਨ ਅੰਦਰ ਕਿਰਤੀ ਤੇ ਦੂਜੇ ਬੰਨੇ ਕਾਰਪੋਰੇਟ ਘਰਾਣੇ ਜਿਹੜੇ ਮਲਕ ਭਾਗੋਂ ਵਾਲੇ। ਸਿੱਧੀ ਲੜਾਈ ਸਾਡੀ ਇਸ ਗੱਲ ਨਾਲ ਹੈ। ਤੁਹਾਨੂੰ ਯਾਦ ਨਹੀਂ, ਸ਼ਾਇਦ ਪਤਾ ਹੋਵੇ, ਕੰਪਿਊਟਰ ਦੀ ਕੰਪਨੀ ਬਣਾਉਣ ਦਾ ਇੱਕ ਮਾਲਕ ਜਿਹਦਾ ਨਾਮ ਬਿਲ ਗੇਟਸ ਹੈ, ਜਿਹਨੇ ਬਹੁਤ ਸਾਰੇ ਜਿਹੜੀਆਂ ਮਾਈਕਰੋਸਾਫਟ ਵਿੰਡੋਜ਼, ਮਾਈਕਰੋਸਾਫਟ ਕੰਪਨੀ ਦਾ ਮਾਲਕ ਹੈ ਤੇ ਕਿੰਨੇ ਸਾਲ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਰਿਹਾ ਉਹ। ਉਸ ਬੰਦੇ ਨੇ ਕੰਪਿਊਟਰਾਂ ਤੋਂ ਬਾਅਦ ਅਮਰੀਕਾ ਦੇ 50 ਸੂਬਿਆਂ ਚੋਂ 18 ਸੂਬਿਆਂ 'ਚ 2,42,000 ਏਕੜ ਜ਼ਮੀਨ ਖਰੀਦ ਲਈ। ਬਿਲ ਗੇਟਸ। ਅੱਜ ਦਾ ਜ਼ਰੂਰ ਵੇਰਵਾ ਦਿਓ ਜੀ, ਅੱਜ ਇੱਥੇ ਕਿਉਂ ਇਕੱਠ ਕੀਤਾ ਗਿਆ? ਅੱਜ ਸੰਯੁਕਤ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਸੀਗਾ ਵੀ 23 ਫਰਵਰੀ 2021 ਨੂੰ ਆਪਾਂ ਭਗਤ ਸਿੰਘ ਦੇ ਜਿਹੜੇ ਚਾਚਾ ਜੀ ਆ ਸਰਦਾਰ ਅਜੀਤ ਸਿੰਘ ਜੀ, ਜਿਨ੍ਹਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਸੀਗੀ 1906 ਦੇ ਵਿੱਚ, ਜਦੋਂ ਅੰਗਰੇਜ਼ ਸਰਕਾਰ ਨੇ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਉਸ ਵੇਲੇ ਵੀ ਲੱਦੇ ਸੀਗੇ, ਪਾਣੀ ਦਾ ਮਾਲੀਆ ਵਧਾਇਆ ਸੀ, ਹੋਰ ਕਈ ਇੱਦਾਂ ਦੇ ਕਾਨੂੰਨ ਬਣਾਏ ਸੀਗੇ। ਉਹਨਾਂ ਨੇ ਲਗਾਤਾਰ 9 ਮਹੀਨੇ ਲੋਕਾਂ ਨੂੰ ਜਥੇਬੰਦ ਕਰਕੇ ਅੰਗਰੇਜ਼ ਸਰਕਾਰ ਦੇ ਖਿਲਾਫ ਲੜਾਈ ਲੜੀ ਸੀ ਤੇ ਕਾਨੂੰਨ ਰੱਦ ਕਰਵਾਏ ਸੀਗੇ, ਜਿਹੜੇ ਅੰਗਰੇਜ਼ ਆਪਣੇ ਆਪ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਵੇਂ ਅੱਜ ਦੀ ਮੋਦੀ ਸਰਕਾਰ ਕਹਿੰਦੀ ਆ ਕਿ ਜੋ ਅੰਗਰੇਜ਼ਾਂ ਨੇ ਕਾਨੂੰਨ ਬਣਾਤਾ ਉਹ ਕਦੀ ਰੱਦ ਨਹੀਂ ਹੋਇਆ। ਤੇ ਉਦੋਂ ਭਗਤ ਸਿੰਘ ਦੇ ਚਾਚਾ ਜੀ ਸੀਗੇ ਸਰਦਾਰ ਅਜੀਤ ਸਿੰਘ ਹੋਣੀ, ਉਹਨਾਂ ਨੇ ਜਿਹੜੀ ਲਹਿਰ ਚਲਾਈ ਸੀ, ਉਹਨਾਂ ਨੇ ਵੀ ਇਹ ਕਾਲੇ ਕਾਨੂੰਨ ਰੱਦ ਕਰਵਾਏ ਸੀਗੇ। ਔਰ ਅੱਜ ਦੇ ਜਿਹੜੇ ਕਾਲੇ ਕਾਨੂੰਨ ਆ, ਜਿਹੜੇ ਅੱਜ ਦੀ ਸਰਕਾਰ ਨੇ ਬਣਾਏ ਆ ਕਿਸਾਨਾਂ ਦੇ ਵਿਰੋਧ ਦੇ ਵਿੱਚ, ਔਰ ਉਹਨਾਂ ਦਾ ਤੇ ਪਿਛਲੇ ਸਰਦਾਰ ਅਜੀਤ ਸਿੰਘ ਵੇਲੇ ਦੇ ਜਿਹੜਾ ਘੋਲ ਲੜਿਆ ਗਿਆ ਸੀ, ਇਹ ਦੋਨੋਂ ਮੈਚ ਕਰਦੇ ਆ। ਅਸੀਂ ਇਹਨੂੰ ਬਿਲਕੁਲ ਮੁੱਢੋਂ ਰੱਦ ਕਰਦੇ ਹਾਂ ਅੱਜ ਦੇ ਕਾਲੇ ਕਾਨੂੰਨਾਂ ਨੂੰ, ਔਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਵੀ ਕੌਲ ਕੋਈ ਸੰਯੁਕਤ ਮੋਰਚੇ ਵੱਲੋਂ ਦਿੱਲੀ ਵੱਲੋਂ ਆਉਂਦੀ ਆ, ਉਹਨੂੰ ਫੌਰੀ ਤੌਰ 'ਤੇ ਲਾਗੂ ਕੀਤਾ ਜਾਵੇ। ਸਾਡੀ ਹਰ ਕੋਸ਼ਿਸ਼ ਹੁੰਦੀ ਆ ਕਿ ਅਸੀਂ ਕੋਈ ਵੀ ਉਹਨਾਂ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਉਹਨੂੰ ਮਿਸ ਨਾ ਕਰ ਸਕੀਏ, ਔਰ ਸਾਰੇ ਪਿੰਡਾਂ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸ਼ਹਿਰਾਂ ਦੇ ਦੁਕਾਨਦਾਰਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਵੱਲੋਂ ਕਿ ਜਦੋਂ ਵੀ ਕੋਈ ਕਾਲ ਆਉਂਦੀ ਆ ਔਰ ਕਿਸਾਨਾਂ ਦੇ ਜਿਹੜੇ ਉੱਥੋਂ ਨਿਊਜ਼ ਜਿੰਨੀਆਂ ਵੀ ਆਉਂਦੀਆਂ ਉਹਨੂੰ ਸੁਣਿਆ ਕਰੋ। ਅਸੀਂ ਵੀ ਆਪਣਾ ਇੱਕ ਵੱਖਰਾ ਗਰੁੱਪ, ਤੁਸੀਂ ਨਿਊਜ਼ ਦੀ ਗੱਲ ਕੀਤੀ ਆ, ਇੱਕ ਦਿੱਲੀ ਤੋਂ ਨਿਊਜ਼ ਵੀ ਆ ਰਹੀ ਆ ਕਿ ਜਿਹੜੀ ਦਿੱਲੀ ਦੀ ਪੁਲਿਸ ਪ੍ਰਸ਼ਾਸਨ ਹੈ ਉਹ ਨੋਟਿਸ ਲਗਾ ਰਹੇ ਨੇ ਕਿ ਟਿੱਕਰੀ ਬਾਰਡਰ ਨੂੰ ਖਾਲੀ ਕਰ ਦਿੱਤਾ ਜਾਵੇ, ਨਹੀਂ ਤਾਂ ਸਖਤੀ ਕਰਾਂਗੇ। ਅਸੀਂ ਖਾਸ ਕਰਕੇ ਮੈਂ ਨਵਾਂਸ਼ਹਿਰ ਵਾਲਿਆਂ ਦੀ ਇਸ ਗੱਲ ਤੋਂ ਯਕੀਨ ਦਿਵਾਉਣਾ ਤੁਹਾਨੂੰ PB 32 ਚੈਨਲ ਨੂੰ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ, ਸਰਦਾਰ ਅਜੀਤ ਸਿੰਘ ਦੇ ਵਾਰਸ ਹਾਂ। ਅਸੀਂ ਉਹਨਾਂ ਨੇ ਜਿਹੜੇ ਮਤਲਬ ਇੱਦਾਂ ਦੇ ਉੱਥੇ ਪੁਲਿਸ ਨੇ ਜਿਹੜੀ ਉੱਥੇ ਦੀ ਨੇ ਕਿਹਾ ਟਿੱਕਰੀ ਬਾਰਡਰ ਤੇ ਨੋਟਿਸ ਜਿਹੜੇ ਲਗਾਏ ਆ, ਉਹਨਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕਰਦੇ। ਅਸੀਂ ਬਿਲਕੁਲ ਜੰਗ ਜਿੱਤ ਕੇ ਮੁੜਾਂਗੇ, ਕਾਲੇ ਕਾਨੂੰਨ ਵਾਪਸ ਕਰਾ ਕੇ ਹੀ ਮੁੜਾਂਗੇ, ਉਹਨਾਂ ਚਿਰ ਅਸੀਂ ਮੁੜਨ ਵਾਲੇ ਨਹੀਂ। ਸਰਕਾਰ ਦੀਆਂ ਗੋਲੀਆਂ ਲਵਾਵਾਂਗੇ। ਅਸੀਂ ਇਸ ਧਰਤੀ ਤੋਂ ਅੱਜ ਕਸਮ ਖਾ ਕੇ ਜਾਂਦੇ ਹਾਂ ਕਿ ਅਸੀਂ ਬਿਲਕੁਲ ਵੀ ਦਿੱਲੀ ਜਾ ਰਹੇ ਹੋ, ਦਿੱਲੀ ਜਾ ਰਹੇ ਹੋ? ਬਿਲਕੁਲ, ਸਾਡੇ ਬੱਚੇ ਗਏ ਹੋ ਆ, ਬੱਚਿਆਂ ਦੇ ਆਉਣ ਤੋਂ ਬਾਅਦ ਮੈਂ ਜਾਊਂਗਾ, ਮੇਰੇ ਤੋਂ ਬਾਅਦ ਅਸੀਂ ਹੋਰ ਇੱਥੋਂ ਜਥੇ ਬਣਾ ਕੇ ਜਿੱਦਾਂ ਪਹਿਲਾਂ ਭੇਜਦੇ ਸੀ ਗਾਹਾਂ ਵੀ। ਤੁਸੀਂ ਕਹਿ ਰਹੇ ਹੋ ਅਸੀਂ ਵਾਪਸ ਜਾਵਾਂਗੇ, ਉੱਥੇ ਜਾਵਾਂਗੇ, ਦਿੱਲੀ ਵਿੱਚ ਜਾਵਾਂਗੇ, ਬੱਚੇ ਗਏ ਨੇ, ਫਿਰ ਮੈਂ ਵੀ ਜਾਵਾਂਗਾ, ਲੇਕਿਨ ਨਰਿੰਦਰ ਸਿੰਘ ਤੋਮਰ ਦਾ ਬਿਆਨ ਆਉਂਦਾ ਹੈ, ਉਹ ਕਹਿੰਦੇ ਨੇ ਭੀੜ ਇਕੱਠੀ ਕਰਕੇ ਕਾਲੇ ਕਾਨੂੰਨ ਰੱਦ ਨਹੀਂ ਹੋਣੇ। ਇਹ ਭੀੜਾਂ ਹੀ ਆ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਨਰਿੰਦਰ ਸਿੰਘ ਤੋਮਰ ਵਰਗਿਆਂ ਨੂੰ ਵੋਟਾਂ ਪਾ ਕੇ ਲੋਕਾਂ ਨੇ ਤੁਹਾਨੂੰ ਸਰਕਾਰ 'ਚ ਸ਼ਾਮਲ ਕੀਤਾ, ਤੁਹਾਨੂੰ ਕੁਰਸੀਆਂ ਤੇ ਬਿਠਾ ਲਿਆ। ਔਰ ਕੀ ਲੱਗਦਾ ਭੀੜ ਤਖਤਾ ਜਿਹੜਾ ਪਲਟ ਦੇਗੀ? ਬਿਲਕੁਲ ਇਹੀ ਭੀੜ ਆ ਜਿਹਨੂੰ ਤੁਹਾਡਾ ਤਖਤਾ ਪਲਟਣਾ। ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਤੁਸੀਂ ਤੁਹਾਡੀਆਂ ਸੀਟਾਂ ਹੁੰਦੀਆਂ ਸੀ ਪਾਰਲੀਮੈਂਟ ਦੇ ਵਿੱਚ, ਉੱਥੇ ਲਿਆ ਕੇ ਤੁਹਾਨੂੰ ਲੋਕ ਬਿਠਾ ਲੈਣਗੇ, ਫੇਰ ਹੀ ਤੁਹਾਨੂੰ ਅਕਲ ਆਉਣੀ। ਮੈਂ ਤੋਮਰ ਨੂੰ ਚੈਲੰਜ ਕਰਦਾ ਇਸ ਗੱਲ ਦਾ। ਕੁਝ ਲੋਕ ਸਵਾਲ ਚੱਕਦੇ ਨੇ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ, ਸ਼ਾਇਦ EVM ਤੇ ਇੰਨਾ ਮਾਣ ਹੋ ਗਿਆ। ਨਹੀਂ, ਕੋਈ EVM ਵਾਲੀ ਗੱਲ ਨਹੀਂ, ਉਹਨਾਂ ਨੂੰ ਵੋਟਾਂ ਤੇ ਮਾਣ ਹੈ ਇਸ ਗੱਲ ਦਾ। ਅਸੀਂ ਬਿਲਕੁਲ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਥੇਬੰਦ ਕਰਕੇ ਉਹਨਾਂ ਦੇ ਖਿਲਾਫ ਜਿਹੜੇ ਉਹਨੇ ਕਾਲੇ ਕਾਨੂੰਨ ਬਣਾਏ ਆ, ਬਿਲਕੁਲ ਲੋਕਾਂ ਨੂੰ ਲਾਮਬੰਦ ਕਰਾਂਗੇ, ਔਰ ਲੋਕਾਂ ਨੂੰ ਇੰਨਾ ਤਿਆਰ ਕਰ ਦੇਵਾਂਗੇ ਵੀ ਲੋਕ ਜਦੋਂ ਵੋਟ ਪਾਉਣ ਜਾਣਗੇ ਗੁਆਂਢੀ ਨੂੰ ਵੀ ਨਾਲ ਲੈ ਕੇ ਜਾਣਗੇ, ਇਹਨਾਂ ਨੂੰ ਵੋਟ ਨਹੀਂ ਪਾਉਣੀ, ਇਹਨਾਂ ਦੇ ਵਿਰੋਧ 'ਚ ਵੋਟ ਪਾਉਣੀ ਹੈ। ਮੈਂ ਵੋਟ ਤੇ ਫਿਰ ਸਵਾਲ ਲੈ ਲੈਂਦਾ ਜੀ। ਉਹ ਕਹਿੰਦੇ ਨੇ 2022 ਵਿੱਚ ਜਿੱਤ ਦਾ ਝੰਡਾ ਗੱਡਾਂਗੇ। ਬੇਸ਼ੱਕ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਉਹਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਕਈਆਂ ਨੂੰ ਤਾਂ 0-0 ਵੋਟ ਵੀ ਪਈ ਹੈ, ਪਰ ਫਿਰ ਕਹਿੰਦੇ ਨੇ 2022 ਚ ਆਵਾਂਗੇ। ਇਹ ਤਾਂ
ਸਰਗਰਮੀ ਦੀ ਹੱਦ ਨਹੀਂ ਹੈਗੀ ਕੋਈ ਵੀ, ਤੇ ਇੰਨੀ ਮਾੜੀ ਹਾਰ ਤੋਂ ਬਾਅਦ ਵੀ ਉਹ 2022 ਦੀ ਆਸ ਰੱਖਦੇ ਆ। ਲੋਕਾਂ ਨੇ ਉਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦੇਣਾ। ਤੁਸੀਂ ਦੇਖਿਓ ਵੀ ਹੁਣ ਵੀ ਆ ਜਿਹੜੇ ਉਹਨਾਂ ਦੇ ਲੀਡਰ ਇੱਥੇ ਹਰਜੀਤ ਗਰੇਵਾਲ ਵਰਗੇ, ਆ ਜਿਆਣੀ ਵਰਗੇ, ਅਸੀਂ ਆਪ ਖੁਦ ਨਵੇਂ ਸ਼ਹਿਰ ਦੇ ਵਿੱਚ ਜਿੱਦਣ ਉਹਨਾਂ ਦੇ ਪ੍ਰਧਾਨ ਨੇ ਆਉਣਾ ਸੀ ਅਸ਼ਵਨੀ ਸ਼ਰਮਾ ਜੀ ਨੇ ਇੱਥੇ ਨਵੇਂ ਸ਼ਹਿਰ ਦੇ ਵਿੱਚ MC ਦੀ ਇਲੈਕਸ਼ਨ ਵੇਲੇ, ਅਸੀਂ ਬਿਲਕੁਲ ਵੜ ਨਹੀਂ ਦਿੱਤਾ ਉਹਨਾਂ ਨੂੰ। ਅਸੀਂ ਇਸ ਗੱਲ ਦਾ ਪਿੰਡਾਂ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਯਕੀਨ ਦਿਵਾਉਣ ਵੀ ਜਿੱਥੇ ਵੀ ਉਹਨਾਂ ਦਾ ਕੋਈ BJP ਦਾ ਕੈਂਡੀਡੇਟ ਆਵੇ ਉਹਨੂੰ ਬਿਲਕੁਲ ਵੜ ਨਹੀਂ ਦੇਵਾਂਗੇ। ਅਸੀਂ ਆਪਣੀ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਵੀ ਇਹ ਭੁੱਲ ਜਾਣ ਉਹ ਵੀ ਅਸੀਂ 2022 ਦੀਆਂ ਜਿਹੜੀਆਂ ਚੋਣਾਂ ਉਹ ਜਿੱਤ ਕੇ ਆਪਣੀ ਸਰਕਾਰ। ਲਾਸਟ ਸਵਾਲ ਤੁਹਾਡੇ ਤੋਂ ਲਵਾਂਗਾ। ਪ੍ਰਧਾਨ ਮੰਤਰੀ ਕਹਿੰਦੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਮਿੱਟੀ ਔਰ ਮਨੁੱਖਤਾ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਉਹ ਤਰੱਕੀ ਵਿੱਚ ਰੋੜਾ ਨੇ। ਉਹਨਾਂ ਨੇ ਇੱਕ ਬੜਾ ਵਧੀਆ ਸ਼ਬਦ ਕਿਹਾ ਪਾਰਲੀਮੈਂਟ ਦੇ ਅੰਦਰ ਵੀ ਜਿਹੜੇ ਇਹ ਅੰਦੋਲਨ ਜੀਵੀ ਆ ਉਹਨਾਂ ਬਾਰੇ ਉਹਨਾਂ ਨੇ ਬੜਾ ਮਾੜਾ ਸ਼ਬਦ ਵਰਤਿਆ। ਮੈਂ ਬਿਲਕੁਲ ਇਹ ਗੱਲ ਮੰਨਣ ਨੂੰ ਤਿਆਰ ਹਾਂ ਵੀ ਅਸੀਂ ਵਾਕਈ ਅੰਦੋਲਨ ਜੀਵੀ ਆ। ਅਸੀਂ ਅੰਦੋਲਨ ਜੀਵੀ ਜਿਹੜੇ ਆ, ਅੰਦੋਲਨ ਕਰਨ ਵਾਲੇ ਲੋਕ ਆ ਜਿਹੜੇ, ਇਹਨਾਂ ਨੇ ਤੁਸੀਂ ਦੇਖੋ ਬੈਠੜੀਆਂ ਭੀੜਾਂ ਇਕੱਠੀਆਂ ਕੀਤੀਆਂ ਆ। ਇਹਨਾਂ ਦੀਆਂ ਭੀੜਾਂ ਦੇਖ ਕੇ ਇਹਨਾਂ ਦੀਆਂ ਲੱਤਾਂ ਕੰਬਣ ਪਈਆਂ। ਇੱਕ ਨਵਾਂ ਸ਼ਬਦ ਪਰਜੀਵੀ ਵੀ ਕਹਿਤਾ, ਕੀੜੇ ਮਕੌੜੇ ਵੀ ਕਹਿ ਦਿੱਤਾ। ਕੀੜੇ ਮਕੌੜੇ ਜਿਹੜੇ ਉਹ ਸਾਨੂੰ ਅੱਜ ਕੀੜੇ ਮਕੌੜੇ ਕਹਿੰਦੇ ਆ, ਕੱਲ ਸਾਡੀਆਂ ਵੋਟਾਂ ਲੈਣ ਲਈ ਸਾਡੇ ਮਗਰ ਫਿਰਦੇ ਸੀ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਅਸੀਂ ਬਿਲਕੁਲ ਮੰਨਣ ਨੂੰ ਤਿਆਰ ਹਾਂ ਵੀ ਅਸੀਂ ਅੰਦੋਲਨ ਜੀਵੀ ਹਾਂ। ਅਸੀਂ ਅੰਦੋਲਨ ਕਰਾਂਗੇ, ਇਸ ਸਰਕਾਰ ਨੂੰ ਧੌਣ ਤੋਂ ਫੜ ਕੇ ਥੱਲੇ ਲਾਵਾਂਗੇ। ਸੁਬਰਾਮਨਿਅਮ ਸਵਾਮੀ BJP ਦੇ ਨੇ, ਉਹ ਕਹਿੰਦੇ ਨੇ ਕਿ ਮੋਦੀ ਸਾਹਿਬ ਦੀ PMO ਬ੍ਰਿਗੇਡ ਤਿਆਰ ਹੋ ਚੁੱਕੀ ਹੈ, ਜਿਹੜਾ IT ਸੈੱਲ ਹੈ ਪੂਰਾ ਤਿਆਰ ਹੈ ਔਰ ਉਹਨੂੰ ਪਤਾ ਕਿਹਨੂੰ ਦਾਗੀ ਕਰਨਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਸੁਬਰਾਮਨਿਅਮ ਸਵਾਮੀ ਜਿਹੜਾ ਹੈ ਉਹਨਾਂ ਦਾ ਪੁਰਾਣਾ ਲੀਡਰ ਹੈ ਵੱਡਾ, ਪਰ ਉਹਨਾਂ ਨੇ BJP ਦੇ ਖਿਲਾਫ BJP ਦੇ ਖਿਲਾਫ ਉਹਨਾਂ ਨੇ ਬਿਆਨ ਦਿੱਤਾ। ਕੋਈ ਇਹ ਨਵੀਂ ਗੱਲ ਨਹੀਂ ਹੈਗੀ। ਉਹਨਾਂ ਨੇ ਪਹਿਲਾਂ ਵੀ ਜਿਹੜੀ ਮਤਲਬ PM ਨੂੰ ਕਿਹਾ, ਆਪਾਂ ਦੇਖਿਆ JNU ਦੇ ਵਿੱਚ ਕਿਵੇਂ ਉਹਨਾਂ ਨੇ ਮਤਲਬ ਆਪਣੇ ਗੁੰਡੇ ਲਿਆ ਕੇ ਉੱਥੇ ਲੋਕਾਂ ਦੇ ਨਿਆਣੇ ਜਿਹੜੇ ਸੀਗੇ ਆਪਣੀਆਂ ਮੰਗਾਂ ਮੰਗਦੇ, ਉਹ ਕੋਈ ਫੀਸ ਵਾਧੇ ਦੀ ਸੀਗੀ, ਕੋਈ ਉੱਥੇ ਹੋਸਟਲਾਂ ਦੀ ਵਾਧੇ ਦੀ ਸੀਗੀ, ਮਤਲਬ ਉਹਨਾਂ ਨੂੰ ਦਬਾਉਣ ਦੇ ਲਈ ਆਪਣਾ ਉਹ ਜਿਹੜੀ ਯੂਨੀਵਰਸਿਟੀ ਸੀ ਉਹਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੇ ਲਈ ਉਹਨਾਂ ਦੇ ਉੱਤੇ ਤਸ਼ੱਦਦ ਕਰਵਾਇਆ। ਇਹ ਅਸੀਂ ਭਲੀ ਭਾਂਤ ਜਾਣਦੇ ਹਾਂ। ਹੋਰ ਵੀ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਕਿੱਦਾਂ ਲਿਆ ਕੇ ਉਹਨਾਂ ਨੇ ਆਪਣੇ ਗੁੰਡਿਆਂ ਨੂੰ ਪੁਲਿਸ ਦੀ ਸ਼ਹਿ ਥੱਲੇ, ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਪਟਵਾਇਆ। ਅਸੀਂ ਬਿਲਕੁਲ ਇਸ ਗੱਲ ਦੀ ਨਿਖੇਧੀ ਕਰਦੇ ਹਾਂ। ਔਰ ਫਿਰ ਮੈਂ ਇਹੀ ਗੱਲ ਕਹਿਣਾ ਵੀ ਅਸੀਂ ਸਭ ਲੋਕਾਂ ਨੂੰ, ਆਵਾਮ ਨੂੰ ਜਥੇਬੰਦ ਕਰਕੇ ਮੋਦੀ ਸਰਕਾਰ ਦੇ ਪੱਥਰ ਵਿੱਚ ਕਿੱਲ ਸਾਬਤ ਹੋਵਾਂਗੇ ਉਹਦੀ ਸਰਕਾਰ ਲਾਉਣ ਦੇ ਵਿੱਚ। ਤੁਸੀਂ ਵੀ ਜ਼ਰੂਰ ਆਪਣੇ ਮਨ ਦੇ ਭਾਵ ਸ਼ੇਅਰ ਕਰ ਲਓ। ਮੈਂ ਦੱਸਣਾ ਚਾਹਨਾ ਤੇ ਇੱਕ ਗੱਲ ਮੋਦੀ ਨੂੰ ਧੰਨਵਾਦ ਵੀ ਦੇਣਾ ਥੋੜ੍ਹਾ ਜਿਹਾ, ਕਿਉਂਕਿ 15 ਦੇ ਵਿੱਚ ਇਹਦੇ ਡਰ ਦੇ ਵਿੱਚੋਂ, ਇਹਦੀ ਬੇਵਕੂਫੀ ਵਿੱਚੋਂ ਘਨੱਈਆ ਮਿਲਿਆ ਸੀ ਸਾਨੂੰ ਦਿੱਲੀ ਯੂਨੀਵਰਸਿਟੀ ਚੋਂ, JNU ਚੋਂ, ਔਰ ਉਹਨੇ ਸਾਰੀ ਇਸ ਸਰਕਾਰ ਨੂੰ ਵਕਤ ਪਾ ਰੱਖਿਆ। ਔਰ ਇੱਕ ਅਨਮੋਲ ਹੀਰਾ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਲੱਭ ਕੇ ਦਿੱਤਾ ਸੀ ਹੀਰਾ ਵੀ ਆਹ ਬੰਦਾ ਹੈਗਾ, ਤੁਸੀਂ ਇਕੱਠੇ ਕਰੋ। ਉਹਨੇ ਇਕੱਠੇ ਕੀਤੇ ਯੂਨੀਵਰਸਿਟੀਆਂ ਵਿੱਚ। ਬੋਲ ਵਾਲਾ ਇਸ ਵੇਲੇ ਮੰਨ ਲਓ ਸਿਆਸਤ ਦਾ ਘੱਟ, ਵਿਚਾਰ ਦਾ ਜ਼ਿਆਦਾ, ਵਿਚਾਰ ਦਾ। ਹੁਣ ਆ ਕੇ ਦੂਜੀ ਉਹਦੀ ਸਾਨੂੰ ਪ੍ਰੋਪਰਟੀ ਦਿੱਤੀ ਆ ਵੀ ਇਹਦੀ ਬੇਵਕੂਫੀਆਂ ਨਾਲ 41 ਜਥੇਬੰਦੀਆਂ ਕਿਸਾਨਾਂ ਦੀਆਂ ਪੰਜਾਬ ਦੇ ਵਿੱਚੋਂ ਤੇ ਲਗਭਗ 500 ਜਥੇਬੰਦੀਆਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਇਕਜੁੱਟ ਹੋ ਕੇ ਬੋਲਦੀ ਆ ਇੱਕ ਮੰਚ ਦੇ ਵਿੱਚ। ਸਵਾਲ ਲੈ ਲੈਣਾ ਜੀ, ਉਹ ਕਹਿੰਦੇ ਨੇ ਇਕਜੁੱਟ ਨੇ ਪਰ ਲੋਕ ਕਹਿੰਦੇ ਨੇ ਵਿੱਚ ਮਲਾਈ ਖਾਣ ਵਾਲੇ ਜ਼ਿਆਦਾ ਨੇ। ਨਹੀਂ, ਇਹ ਤਾਂ ਆਪਣੀ ਸੋਚ ਆ। ਕੁਝ ਦਿਨ ਪਹਿਲਾਂ ਬਣਦੀ ਹੈ ਸਰ ਜਥੇਬੰਦੀ ਦੇ ਆਪਸ ਬਿਲਕੁਲ ਬਣਦੀ, ਉਹਨਾਂ ਦਾ ਉਦੇਸ਼ ਇੱਕ ਵਾ। ਬਹੁਤ ਜ਼ਰੂਰੀ ਗੱਲ ਹੈ, ਅਗਰ ਕਿਉਂਕਿ ਆਪਸ ਨਹੀਂ ਬਣੇਗੀ ਤਾਂ ਇਕੱਠ ਕਿਵੇਂ ਹੋਣਗੇ। ਬਾਹਰ ਕਈ ਵਾਰ ਇਮੋਸ਼ਨਲ ਹੋ ਕੇ ਬੰਦਾ ਬਿਆਨ ਦੇ ਦਿੰਦਾ, ਪਰ ਜਦੋਂ ਜਥੇਬੰਦੀਆਂ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਆ ਉੱਥੇ ਇੱਕਮੁੱਠ ਹੋ ਕੇ, ਇਕਜੁੱਟ ਹੋ ਕੇ ਇੱਕੋ ਹੀ ਫੈਸਲਾ ਹੁੰਦਾ ਜਿਹੜਾ ਸਰਬ ਪ੍ਰਵਾਨਿਤ ਹੁੰਦਾ। ਸੈਣੀ ਸਾਹਿਬ, ਇੱਕ ਲਾਸਟ ਸਵਾਲ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ। ਇੱਥੋਂ ਸਟੇਜ ਤੋਂ ਕੀ ਜਾਗਰੂਕ ਕੀਤਾ ਜਾ ਰਿਹਾ, ਨੌਜਵਾਨਾਂ ਨੂੰ ਕੀ ਮੈਸੇਜ ਆ ਰਿਹਾ, ਜਾਂ ਜਿਹੜੇ ਇੱਥੇ ਆਮ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਕੀ ਸੁਨੇਹਾ ਦਿੰਦੇ ਹੋ? ਅਸੀਂ ਲੋਕਾਂ ਨੂੰ ਇਹੀ ਸੁਨੇਹਾ ਦਿੰਦੇ ਆ, ਅੱਜ ਦੀ ਇਹ ਸਟੇਜ ਤੋਂ ਵੀ ਚਾਚੇ ਅਜੀਤ ਸਿੰਘ ਨੇ ਜਿਹੜੀ ਲਹਿਰ ਚਲਾਈ ਸੀ ਉਹ ਖਤਮ ਨਹੀਂ ਹੋਈ। ਉਸ ਲਹਿਰ ਨੂੰ ਹੋਰ ਅੱਗੇ ਵਧਾਉਣ ਲਈ ਸਭ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਥੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ, ਟਰਾਲੀਆਂ, ਟਰੱਕਾਂ ਦੇ ਰਾਹੀਂ ਦਿੱਲੀ ਬਾਰਡਰਾਂ 'ਤੇ ਪਹੁੰਚਿਆ ਜਾਵੇ ਔਰ ਮੋਦੀ ਸਰਕਾਰ ਨੂੰ ਦਿਖਾ ਲਿਆ ਜਾਵੇ ਵੀ ਜਿਹੜਾ ਤੁਸੀਂ ਮਤਲਬ ਕਿਹਾ ਆ ਲੋਕਾਂ ਨੂੰ ਵੀ ਇਹ ਭੀੜਾਂ ਇਕੱਠੀਆਂ ਆ,
ਉਸ ਭੀੜ ਨੂੰ ਇੱਕ ਤੂਫਾਨ ਦਾ ਰੂਪ ਦੇ ਦਿਓ ਜਿਨ੍ਹਾਂ ਮੋਦੀ ਸਰਕਾਰ ਜਿਹੜੀ ਆ ਉਹ ਸਾਡੇ ਕਾਲੇ ਕਾਨੂੰਨ ਜਿਹੜੇ ਉਹ ਸਾਡੇ ਤੇ ਲਾਗੂ ਕੀਤੇ ਹੋ ਆ ਉਹਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਵੇ। ਬਹੁਤ ਸ਼ੁਕਰੀਆ। ਸੋ ਦੋਸਤੋ, ਮੈਂ ਤਾਂ ਪਹਿਲੇ ਤੁਹਾਨੂੰ ਕਹਿੰਦਾ ਆ ਰਿਹਾ ਜੀ ਕਿ ਹਰ ਇੱਕ ਬੰਦਾ ਯੋਧਾ ਹੈ, ਹਰ ਇੱਕ ਬੰਦਾ ਸਿਪਾਹੀ ਹੈ ਔਰ ਹਰ ਇੱਕ ਬੰਦਾ ਇਸ ਘੋਲ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਲੇਕਿਨ ਪੂਰੀ ਜਿਹੜੀ ਦੁਨੀਆ ਆ ਉਹ ਇਸ ਘੋਲ ਨੂੰ ਘੋਕ ਰਹੀ ਹੈ। ਇਸ ਕਰਕੇ ਆਪਾਂ ਆਪਣਾ ਫਰਜ਼ ਸਮਝਣਾ ਹੈ ਜੀ ਔਰ ਆਪਾਂ ਜਾਬਤੇ ਵਿੱਚ ਰਹਿਣਾ ਆ, ਪਰ ਆਪਾਂ ਚੌਕਸ ਵੀ ਰਹਿਣਾ। ਦਿੱਤੇ ਹੋਏ ਸੱਦਿਆਂ ਨੂੰ ਵੱਡੀ ਗਿਣਤੀ ਵਿੱਚ ਘਰ ਵਿੱਚ ਲਿਜਾ ਕੇ, ਪਰਿਵਾਰਾਂ ਵਿੱਚ ਲਿਜਾ ਕੇ, ਪਿੰਡਾਂ ਵਿੱਚ ਲਿਜਾ ਕੇ ਇਹਨੂੰ ਅੱਗੇ ਤੋਰੀਏ ਅਤੇ ਜਿੱਤ ਵੱਲ ਵਧੀਏ। ਇਹੀ ਅੱਜ ਦਾ ਨਾਰਾ ਹੈ, ਇਹੀ ਅੱਜ ਦਾ ਸੰਕਲਪ ਹੈ। ਸੋ ਦੋਸਤੋ, ਤੁਸੀਂ ਪੂਰੀ ਗੱਲਬਾਤ ਸੁਣ ਲਈ, ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਵੀ ਗੱਲਬਾਤ ਸੁਣ ਲਈ। ਮੁੱਢਲੀ ਗੱਲ ਇਹੀ ਨਿਕਲ ਕੇ ਬਾਹਰ ਆ ਰਹੀ ਹੈ ਜੀ ਕਿ ਚਾਚਾ ਅਜੀਤ ਸਿੰਘ ਜੀ ਵੱਲੋਂ ਚਲਾਇਆ ਗਿਆ ਪਗੜੀ ਸੰਭਾਲ ਜੱਟਾ ਜਿਹੜਾ ਅੰਦੋਲਨ ਹੈ ਉਹ ਹਾਲੇ ਤੱਕ ਵੀ ਚੱਲ ਰਿਹਾ। ਪਹਿਲਾਂ ਵੀ ਕਾਲੇ ਕਾਨੂੰਨ ਵਾਪਸ ਕਰਾਏ ਸੀ ਤੇ ਹੁਣ ਵੀ ਜਿਹੜੇ ਕਾਲੇ ਕਾਨੂੰਨ ਵਾਪਸ ਹੋਣਗੇ। ਨੋ ਡਾਊਟ ਦਿੱਲੀ ਵਿੱਚ ਸ਼ਹੀਦੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਮਨ ਬੇਚੈਨ ਹੁੰਦਾ ਹੈ, ਲੇਕਿਨ ਜਿਵੇਂ ਮੈਂ ਸ਼ੇਅਰ ਦੇ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਨਿੱਤ ਨਵੇਂ ਸ਼ਹੀਦ ਜੰਮਦੇ ਨੇ, ਉਨਾ ਹੀ ਉਤਸ਼ਾਹ ਫਿਰ ਹੋ ਜਾਂਦਾ ਹੈ, ਉਨਾ ਹੀ ਮਨ ਵਿੱਚ ਜੋਸ਼ ਫਿਰ ਭਰ ਜਾਂਦਾ, ਉਨੀ ਊਰਜਾ ਫਿਰ ਆ ਜਾਂਦੀ ਹੈ ਕਿ ਆਪਾਂ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਰਹਿਣੇ ਨੇ, ਕਿਉਂਕਿ ਇਹ ਨਸਲ ਅਸਲ ਤੇ ਫਸਲ ਦੀ ਲੜਾਈ ਹੈ। ਔਰ ਚਾਚਾ ਅਜੀਤ ਸਿੰਘ ਬਾਰੇ ਅਗਰ ਗੱਲ ਕਹਾਂ ਤਾਂ ਉਹਨਾਂ ਨੇ ਆਪਣੇ ਸਮਾਜ ਨੂੰ ਦੀ ਮਾਨਸਿਕਤਾ ਨੂੰ ਆਜ਼ਾਦ ਕਰਨ ਲਈ, ਸਮਾਜ ਦੀ ਸੋਚ ਆਜ਼ਾਦ ਕਰਨ ਲਈ ਬਹੁਤ ਕੰਮ ਕੀਤਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਮਾਨਸਿਕਤਾ ਨੂੰ ਗਰੋ ਕਰਨ ਲਈ, ਸੋਚ ਨੂੰ ਹੋਰ ਵੱਡਾ ਕਰਨ ਲਈ ਇੱਕ ਦੂਜੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ। ਔਰ ਜਿਹੜੇ ਫੇਸਬੁੱਕ ਤੇ ਜਸਟ ਵੈਸੇ ਹੀ ਬੈਠੇ ਚੌਧਰੀ ਨੇ ਉਹਨਾਂ ਤੋਂ ਜ਼ਰੂਰ ਬਚੋ, ਕਿਉਂਕਿ ਨੈਗੇਟਿਵ ਕਮੈਂਟਸ ਕਿਤੇ ਨਾ ਕਿਤੇ ਜਿਹੜੇ ਮਨਾਂ ਨੂੰ ਗੁੰਮਰਾਹ ਕਰਦੇ ਨੇ। ਬਣੇ ਰਹੋ ਬੱਤੀ ਨਵਾਂ ਸ਼ਹਿਰ ਦੇ ਨਾਲ ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਖਟਕੜ ਕਲਾ ਤੋਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।